ਤੇ ਮੇਰੇ ਕੋਲ ਇੰਨੀ ਹਿੰਮਤ ਵੀ ਨਹੀਂ ਦੀ ਹੈਗੀ ਵੀ ਮੈਂ ਐਸਟੀਡੀ ਤੱਕ ਤੁਰ ਕੇ ਜਾਵਾਂ, ਕਿਉਂਕਿ ਮੇਰੇ ਤਾਂ ਲੱਤਾਂ ਬਾਹਾਂ ਇੱਕ ਲੱਖ ਤੇ ਸਾਰਾ ਕੁਝ ਹੋ ਗਿਆ। ਬੜੀ ਔਖੀ ਗਈ ਵੀ ਐਸਟੀਡੀ ਤੇ ਨੰਬਰ ਹੀ ਨਹੀਂ ਮਿਲਿਆ ਉਹਨਾਂ ਦਾ, ਨੰਬਰ ਹੀ ਨਾ ਲੱਗੇ ਜੀ। ਫਿਰ ਬੜਾ ਔਖਾ ਨੰਬਰ ਜਾ ਕੇ ਸ਼ਾਮ ਨੂੰ ਲੱਗਿਆ। ਇੱਕ ਮੰਜਾ, 2 ਆ, 3 ਆ, ਮਤਲਬ 4 ਆ। ਕਹਿੰਦਾ ਮੈਂ ਸੋਚਿਆ ਵੀ ਇਹ ਕਿਆ ਵਾਕਾ ਹੋ ਗਿਆ। ਕਹਿੰਦਾ ਮੈਂ ਦੇਖ ਕੇ ਮੇਰਾ ਕਹਿੰਦਾ ਇੱਕ ਕਹਿੰਦਾ ਧਾ ਮਤਲਬ ਮੈਂ ਮਾਰ ਨਹੀਂ ਸਕਿਆ। ਜਿੱਥੇ ਕਹਿੰਦੇ ਹੁੰਦੇ ਇੱਕ ਭਾਈ ਦੀ ਇੰਨੀ ਬੜੀ ਸ਼ੋਭਾ ਸੁਣ ਕੇ ਮਾਣ ਪ੍ਰਾਪਤ ਹੁੰਦਾ, ਉੱਥੇ ਕਹਿੰਦੇ ਹੁੰਦੇ ਸੱਜੀ ਬਾਂਹ ਦਾ ਟੁੱਟ ਜਾਣਾ ਵੀ ਇੱਕ ਦੁੱਖ ਦੀ ਉਹ ਹੁੰਦੀ ਹੈ। ਭੈਣ ਵਾਸਤੇ ਜਾਣਾ ਬੜਾ ਔਖਾ ਹੁੰਦਾ। ਉਹਨੇ ਕਿਹਾ ਵੀ ਉਹ ਕੁੜੀ ਜਾ ਰਹੀ ਹੈ ਜਿਹੜੀ ਵੀ ਉਹਨੂੰ ਤੂੰ ਜਟਾਣੇ ਪੁਲ ਪਰ ਤਾਰ ਦੇ। ਉਹਨੇ ਮੈਨੂੰ ਲਿਆ ਕੇ ਉੱਥੇ ਤਾਰਿਆ, ਕੋਈ ਕਿਰਾਇਆ ਵੀ ਨਹੀਂ ਲਿਆ ਹੈਗਾ ਉਹਨੇ ਮੇਰੇ ਤੇ। ਮੈਂ ਉਹਨੂੰ ਕਿਹਾ ਕਿਰਾਇਆ ਵੀ, ਕਹਿੰਦਾ ਕੋਈ ਨਾ ਭੈਣ ਬੈਠੀ ਰਹਿ ਤੂੰ। ਉਹਨੇ ਤਾਰਤਾ, ਕਹਿੰਦਾ ਸੰਭਲ ਕੇ ਚਲੇ ਜੀ। ਕੁਛ ਨਹੀਂ ਉਹਨੇ ਮੈਨੂੰ ਕਿਹਾ, ਕਹਿੰਦਾ ਸੰਭਲ ਕੇ ਚਲੇ ਜੀ ਬਸ, ਕੋਈ ਨਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ SYL ਨੇ ਬਲਵਿੰਦਰ ਸਿੰਘ ਜਟਾਣਾ ਦੀ ਚਰਚਾ ਮੁੜ ਤੋਂ ਪੰਜਾਬ ਦੇ ਵਿੱਚ ਛੇੜ ਦਿੱਤੀ ਹੈ। ਬਲਵਿੰਦਰ ਸਿੰਘ ਜਟਾਣਾ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਕਿ ਉਹ ਕੌਣ ਸੀ, ਕੀ ਕੰਟਰੀਬਿਊਸ਼ਨ ਉਹਨਾਂ ਦਾ ਰਿਹਾ ਸੀ। ਖਾਸ ਤੌਰ 'ਤੇ ਪੰਜਾਬ ਦੇ ਪਾਣੀਆਂ ਦੀ ਜਦੋਂ ਗੱਲ ਹੁੰਦੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ SYL ਦਾ ਮੁੱਦਾ ਜਿਹੜਾ ਅਕਸਰ ਚਰਚਾ 'ਚ ਆਉਂਦਾ ਹੈ। ਅਤੇ SYL ਦੇ ਨਾਲ ਬਲਵਿੰਦਰ ਜਟਾਣਾ ਦਾ ਇੱਕ ਜਿਹੜਾ ਇਤਿਹਾਸ ਹੈ ਉਹ ਜੁੜਿਆ ਹੋਇਆ। ਅੱਜ ਅਸੀਂ ਬਲਵਿੰਦਰ ਸਿੰਘ ਜਟਾਣਾ ਦੇ ਭੈਣ ਜੀ ਦੇ ਨਾਲ ਗੱਲਬਾਤ ਕਰਾਂਗੇ, ਸੁਰਿੰਦਰ ਕੌਰ, ਜਿਹੜੇ ਦਤਾਰਪੁਰ ਪਿੰਡ ਰਹਿੰਦੇ ਨੇ, ਅਤੇ ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬਦਲਾਅ ਇਹਨਾਂ ਦੇ ਆਇਆ ਪੂਰੇ ਪਰਿਵਾਰ ਦੇ, ਅਤੇ ਹੁਣ ਕਿਵੇਂ ਗੁਜ਼ਾਰਾ ਕਰ ਰਹੇ ਨੇ, ਉਸ ਗੱਲਬਾਤ ਹੈ ਪੂਰੀ ਕਰਦੇ ਹਾਂ। ਸੁਰਿੰਦਰ ਕੌਰ ਜੀ, ਪਹਿਲਾਂ ਤਾਂ ਇਹ ਦੱਸੋ ਜੀ, ਜਿਹੜਾ ਗੀਤ ਆਇਆ ਨਵਾਂ ਸਿੱਧੂ ਮੂਸੇਵਾਲੇ ਦਾ, ਉਹਦੇ ਵਿੱਚ ਤੁਹਾਡੇ ਭਰਾ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੋਇਆ। ਪਹਿਲਾਂ ਜਦੋਂ ਇਹ ਚੀਜ਼ਾਂ ਹੁੰਦੀਆਂ ਸੀ 1990-91 ਦੇ ਵਿੱਚ, ਉਦੋਂ ਸਾਰੇ ਜਾਣਦੇ ਸੀਗੇ, ਪਰ ਅੱਜ ਦੀ ਪੀੜ੍ਹੀ ਦੀ ਗੱਲ ਕਰੀ ਸ਼ਾਇਦ ਨਹੀਂ ਪਤਾ ਸੀ, ਪਰ ਇਸ ਗੀਤ ਤੋਂ ਬਾਅਦ ਸਾਰੇ ਜਾਣਨਾ ਚਾਹੁੰਦੇ ਨੇ। ਤੁਹਾਨੂੰ ਗੀਤ ਸੁਣ ਕੇ ਕਿਵੇਂ ਦਾ ਲੱਗਿਆ ਜੀ? ਗੀਤ ਸੁਣ ਕੇ ਜੀ ਬੜਾ ਚੰਗਾ ਲੱਗਾ ਜੀ। ਜਦੋਂ ਅਜੇ ਗੀਤ ਤਾਂ ਮੈਂ ਚੰਗੀ ਤਰ੍ਹਾਂ ਸੁਣਿਆ ਵੀ ਹੈ ਨਹੀਂ ਸੀ, ਜਦੋਂ ਮੈਂ ਦੇਖਿਆ ਜੀ ਵੀ ਇਕੱਲੇ ਇਕੱਲੇ ਬਲਵਿੰਦਰ ਵੀ ਹੋਈ ਪਈ ਆ, ਸਾਰੇ ਪਿੰਡ ਦੇ ਵੀ ਦੇਖਦੇ ਤੇ ਵੀ ਨਾਂ ਵੀ ਜਿਹੜੇ ਤਾਂ ਜਾਣਦੇ ਆ ਹੁਣ ਸਾਡੇ ਆਸੀ ਪੜੋਸੀ, ਉਹ ਕਹਿੰਦੇ ਸੀ ਤੇਰੇ ਭਰਾ ਦਾ ਨਾਂ ਆਇਆ ਬਈ, ਹੋਰ ਆਇਆ ਤਾਂ ਵੀ ਅੱਜ ਗਾਣਾ ਲੀਕ ਹੋ ਗਿਆ ਤਾਂ ਵੀ ਤੂੰ ਸੁਣ ਲਾ। ਫਿਰ ਕਈਆਂ ਨੇ ਮੈਨੂੰ ਭੇਜੇ ਵੀ ਆ ਗਾਣੇ, ਤਾਂ ਸੁਣਿਆ, ਮੈਂ ਵੀ ਸੁਣਿਆ। ਬੜਾ ਮਤਲਬ ਮਾਣ ਜਿਹਾ ਮਹਿਸੂਸ ਹੋਇਆ ਵੀ ਕਿੱਡਾ ਬੜਾ ਯੋਧਾ ਸੀ ਜਿਹੜਾ ਵੀ ਅੱਜ ਵੀ ਉਹੀ ਸੁਰਾਂ ਦੇ ਵਿੱਚ ਉਹਦਾ ਨਾਂ ਚੱਲ ਰਿਹਾ। ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਤੁਸੀਂ ਆਪਦੇ ਕੰਨੀ ਵੀ ਸੁਣਿਆ, ਦੁਬਾਰੇ ਉਹ ਕਿੱਸਾ ਯਾਦ ਆਇਆ ਹੋਣਾ, ਅਤੇ ਹੁਣ ਤੁਸੀਂ ਦੇਖ ਰਹੇ ਹੋ ਵੀ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਦੀ ਜ਼ੁਬਾਨ 'ਤੇ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਹੈ, ਉਹ ਕਿੱਸਾ ਦੁਬਾਰੇ ਛਿੜ ਰਿਹਾ। ਲੱਗ ਰਿਹਾ ਕਿ ਇੱਕ ਤਰ੍ਹਾਂ ਨਾਲ ਇਸ ਗਾਣੇ ਨੇ ਦੁਬਾਰਾ ਉਹਨਾਂ ਨੂੰ ਜਿਹੜਾ ਹੈਗਾ ਜਿਉਂਦਾ ਕਰਤਾ ਜੀ। ਹਾਂਜੀ ਹਾਂਜੀ, ਲੱਗ ਰਿਹਾ ਹੈ ਜੀ। ਲਾਗੋ ਤੱਕ ਚਲੋ ਦੁਨੀਆ ਬੇਸ਼ੱਕ ਭੁੱਲ ਜਾਵੇ, ਪਰ ਭੈਣ ਤਾਂ ਨਹੀਂ ਕਦੇ ਭੁੱਲਦੀ ਹੁੰਦੀ। ਭੈਣ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਆਪਣਾ ਪਰਿਵਾਰ। ਕਹਿੰਦੇ ਹੁੰਦੇ ਕੋਈ ਭੁੱਲਦਾ ਨਹੀਂ ਹੁੰਦਾ ਹੈਗਾ। ਮੈਂ ਕਦੇ ਆਪਣੇ ਭਰਾ ਨੂੰ ਨਾ ਭੁੱਲੀ ਹਾਂ, ਅਤੇ ਨਾ ਪਰਮਾਤਮਾ ਭੁਲਾਵੇ, ਨਾ ਭੁੱਲਣ ਦੀ ਮੈਂ ਕੋਸ਼ਿਸ਼ ਕਰਨੀ ਚਾਹੁੰਦੀ ਹਾਂ। ਮੇਰਾ ਭਰਾ ਹੀ ਮੇਰੇ ਵਾਸਤੇ ਬਹੁਤ ਵੱਡੀ ਉਹ ਸੀ, ਸਭ ਕੁਛ। ਜਿਵੇਂ ਉਹ ਦੇ ਜਾਣ ਦੇ ਪਿੱਛੇ ਮੈਨੂੰ ਤਾਂ ਇਹੀ ਲੱਗਦਾ ਵੀ ਮੇਰਾ ਸਭ ਕੁਛ ਚਲੇ ਗਿਆ। ਬੇਸ਼ੱਕ ਲੱਖ ਹੋਰ ਹੋਣ ਭਰਾ, ਪਰ ਉਹ ਜੋ ਆਪਣਿਆਂ ਦੀ ਹੁੰਦੀ ਆ ਉਹ ਆਪਣੇ ਹੀ ਹੁੰਦੇ ਆ। 1991 'ਚ ਉਹ ਬੁਰਾ ਦਿਨ ਤੁਹਾਡੇ ਪਰਿਵਾਰ ਦੀ ਜਿਹੜਾ ਜ਼ਿੰਦਗੀ ਦੇ ਵਿੱਚ ਮੈਂ ਕਹੂੰਗਾ, ਜਦੋਂ ਪੂਰੇ ਪਰਿਵਾਰ 'ਤੇ ਜਿਹੜਾ ਹਮਲਾ ਕੀਤਾ ਗਿਆ, ਪੂਰੇ ਪਰਿਵਾਰ ਨੂੰ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਗਿਆ ਸੀ, ਪਰ ਉਹਨਾਂ ਵਿੱਚੋਂ ਤੁਸੀਂ ਸੀਗੇ ਅਤੇ ਹੋਰ ਜਿਹੜੇ ਉਸ ਵੇਲੇ ਚਲੋ ਨਹੀਂ ਸੀਗੇ, ਤੁਸੀਂ ਭਾਗਾਂ ਵਾਲੇ ਸੀਗੇ ਵੀ ਤੁਹਾਡੀ ਜਾਨ ਬਚ ਗਈ। ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਲੱਗਿਆ ਜੀ, ਤੁਸੀਂ ਉਸ ਵੇਲੇ ਕਿੱਥੇ ਸੀਗੇ, ਕਿੰਨੀ ਤੁਹਾਡੀ ਉਮਰ ਸੀਗੀ ਅਤੇ ਕੀ ਬੀਤਿਆ ਉਦੋਂ?
ਮੈਂ ਜੀ ਉਸ ਟਾਈਮ ਦਿੱਲੀ ਸੀ। ਦਿੱਲੀ ਮੈਨੂੰ ਪਤਾ ਲੱਗਿਆ ਅਖਬਾਰ ਦੇ ਥਰੂ ਇਹ ਪਤਾ ਲੱਗਿਆ, ਮਤਲਬ ਗਾਹਾਂ ਦੱਸਿਆ ਤਾਂ ਕਿਸੇ ਹੋਰ ਨੇ ਸੀ, ਫਿਰ ਉਹਨਾਂ ਨੇ ਅਖਬਾਰ ਦਿੱਤਾ ਸਾਨੂੰ, ਉਸ ਅਖਬਾਰ ਪੜ੍ਹਿਆ। ਉਸ ਟਾਈਮ ਮਤਲਬ ਮੇਰੀ ਉਮਰ ਅ, ਬੜੀ ਹੱਦ 25 ਨਾ 25 30 ਕੁ ਸਾਲ ਦੀ ਹੋਏਗੀ ਜੀ ਉਸ ਟਾਈਮ ਉਮਰ ਮੇਰੀ। ਫਿਰ ਤੁਸੀਂ ਦਿੱਲੀ ਤੋਂ ਉੱਥੇ ਆਏ, ਫਿਰ ਪਿੰਡ ਆਏ ਜੀ ਵਾਪਸ? ਹਾਂਜੀ ਹਾਂਜੀ, ਉੱਥੇ ਤੇ ਫਿਰ ਜਦੋਂ ਪਤਾ ਲੱਗਿਆ ਜੀ, ਉੱਥੇ ਪਤਾ ਲੱਗਿਆ ਤੇ ਮੈਂ ਭੂਆ ਜੀ ਕੋਲ ਸੀ ਆਪਣੇ ਤੇ। ਭੂਆ ਜੀ ਤਾਂ ਮੇਰੇ ਕਹਿੰਦੇ ਵੀ ਮੈਂ ਤਾਂ ਵੀ ਐਂ ਕਰਦੀ ਆ ਵੀ ਮੈਂ ਜਾਂਦੀ ਆ, ਤੂੰ ਆਪਣੇ ਉਹਨੂੰ ਮੇਰੀ ਭੈਣ ਔਰ ਭਰਾ ਤਾਂ ਮਤਲਬ ਜਿਹੜੇ ਭੂਆ ਨੇ ਲਏ ਵੇ ਆ, ਵੀ ਤੂੰ ਉਹਨਾਂ ਨੂੰ ਵੀ ਲੈ ਕੇ ਵੀ ਆ ਜੀ। ਬਸ ਮੈਂ ਐਸਟੀਡੀ ਤੇ ਗਈ, ਵੀ ਐਸਟੀਡੀ ਤੇ ਮੇਰੇ ਕੋਲ ਇੰਨੀ ਹਿੰਮਤ ਵੀ ਨਹੀਂ ਦੀ ਹੈਗੀ ਵੀ ਮੈਂ ਐਸਟੀਡੀ ਤੱਕ ਤੁਰ ਕੇ ਜਾਵਾਂ, ਕਿਉਂਕਿ ਮੇਰੇ ਤਾਂ ਲੱਤਾਂ ਬਾਹਾਂ ਇੱਕ ਲੱਖ ਤੇ ਸਾਰਾ ਕੁਝ ਹੋ ਗਿਆ। ਬੜੀ ਔਖੀ ਗਈ ਵੀ ਐਸਟੀਡੀ ਤੇ, ਨੰਬਰ ਹੀ ਨਹੀਂ ਮਿਲਿਆ ਉਹਨਾਂ ਦਾ, ਨੰਬਰ ਹੀ ਨਾ ਲੱਗੇ ਜੀ। ਫਿਰ ਬੜਾ ਔਖਾ ਨੰਬਰ ਜਾ ਕੇ ਸ਼ਾਮ ਨੂੰ ਲੱਗਿਆ। ਫਿਰ ਸ਼ਾਮ ਨੂੰ ਤਾਂ ਫਿਰ ਇੰਨੇ ਨੂੰ, ਕਿਉਂਕਿ ਉਹਨਾਂ ਨੇ ਆਪਣੇ ਕੰਮਾਂ ਕਾਰਾਂ ਤੇ ਆਏ ਜਾਣਾ, ਤਾਂ ਫਿਰ ਜਦੋਂ ਆਏ ਆ ਜੀ ਰਾਤ ਨੂੰ, ਫਿਰ ਭਰਾ ਨੂੰ ਤਾਂ ਅਸੀਂ ਆਪਣੇ ਨੂੰ ਦੱਸਿਆ ਹੀ ਨਹੀਂ ਹੈਗਾ। ਪਰ ਮੈਂ ਆਪਣੀ ਭੈਣ ਨੂੰ ਕਿਹਾ ਵੀ ਤੂੰ ਇਹਦੇ ਵਾਸਤੇ ਰੋਟੀ ਪਾਣੀ ਬਣਾ ਦੇ, ਬਈ ਉਹਨੇ ਜ਼ਿਆਦਾ ਲੇਟ ਆਉਣਾ, ਵੀ ਰੋਟੀ ਪਾਣੀ ਖਾ ਲੂਗਾ ਆਪਣਾ। ਮੈਂ ਕਿਹਾ ਮੇਰੇ ਤਾਂ ਹਿੰਮਤ ਨਹੀਂ ਹੈਗੀ। ਅਸੀਂ ਤਾਂ ਦੋਹਾਂ ਭੈਣਾਂ ਨੇ ਨਾ ਰੋਟੀ ਪਾਣੀ ਖਾਧਾ ਨਾ ਕੁਛ, ਕਿਉਂਕਿ ਮਤਲਬ ਇੰਨਾ ਉਹ ਵੀ ਮਤਲਬ ਕਿ ਉਹ ਹੋਊਗੀ, ਪਤਾ ਨਹੀਂ ਉਹਨੇ ਕਿਵੇਂ ਰੋਟੀ ਬਣਾਈ, ਉਹਦੇ ਵਾਸਤੇ ਬਣਾਤੀ ਉਹਨੂੰ। ਫਿਰ ਪੁੱਛਣ ਸਾਨੂੰ ਪੁੱਛੀ ਜਾਵੇ, ਅੱਜ ਤੁਸੀਂ ਬੋਲਦੀਆਂ ਹੀ ਨਹੀਂ ਹੈਗੀਆਂ, ਕਿਆ ਗੱਲ? ਫਿਰ ਉਹ ਲੱਗ ਗਿਆ ਕਹਿਣ, ਕਹਿੰਦਾ ਲੜ ਤਾਂ ਨਹੀਂ ਪਈਆਂ ਕਿਤੇ ਤੁਸੀਂ? ਮੈਂ ਕਿਹਾ ਨਾ ਨਾ, ਲੜਨੇ ਨੂੰ ਕਿਹਾ ਇੱਥੇ। ਫਿਰ ਰੋਟੀ ਪਾਣੀ ਖਾਣ ਤੋਂ ਬਾਅਦ ਉਹ ਕਹਿੰਦਾ ਅੱਜ, ਕਹਿੰਦਾ ਮੈਨੂੰ, ਕਹਿੰਦਾ ਕੁਛ ਰੋਟੀ ਨਹੀਂ ਚੰਗੀ ਲੱਗਦੀ ਹੈਗੀ, ਰਹਿਣ ਦੇ, ਮੇਰਾ ਨਹੀਂ ਦਿਲ ਕਰਦਾ ਰੋਟੀ ਖਾਣ ਨੂੰ, ਜਿਵੇਂ ਕੁਦਰਤੀ ਉਹ ਹੋ ਜਾਂਦਾ ਹੈ ਨਾ। ਹਾਂਜੀ। ਬਸ ਫਿਰ ਅਸੀਂ ਉਹਨੂੰ ਦੱਸਿਆ ਵੀ ਐਂ ਕਰਕੇ ਐਂ ਗੱਲ ਹੋ ਗਈ, ਵੀ ਆਪਾਂ ਨੇ ਸਵੇਰੇ ਸਾਜਰੇ ਹੀ ਜਾਣਾ ਹੈ, ਵੀ ਦੇਖ ਲੈ ਜੇ ਹੁਣ ਰਾਤ ਨੂੰ ਕੋਈ ਬਣਦਾ ਹੀਲਾ। ਫਿਰ ਰਾਤ ਨੂੰ ਸਾਡਾ ਕੋਈ ਹੀਲਾ ਨਹੀਂ ਬਣਿਆ ਉੱਧਰ ਤੇ ਆਉਣ ਦਾ, ਅਸੀਂ ਫਿਰ ਸਵੇਰੇ ਸਾਜਰੇ ਹੀ ਤੁਰ ਪਏ ਹਾਂ ਘਰ ਤੇ। ਨਹੀਂ ਨਹੀਂ, ਗੱਡੀ ਤੇ ਨਹੀਂ, ਉਸ ਬੱਸ ਨੂੰ ਹੀ ਆਏ ਸੀ ਅਸੀਂ। ਹਾਂਜੀ, ਗੱਡੀ ਤਾਂ ਹੈ ਨਹੀਂ ਸੀ, ਮਤਲਬ ਬੱਸ ਤੇ ਹੀ ਆਏ ਆ। ਬੱਸ ਵੀ ਐਂ ਲੱਗੇ ਵੀ ਜਿਕਣਾ ਤੁਰਦੀ ਹੋਈ ਨਹੀਂ ਹੈਗੀ, ਬੜੀ ਹੌਲੀ ਹੌਲੀ ਚੱਲ ਰਹੀ ਹੈ। ਅੱਛਾ, ਫਿਰ ਤੁਸੀਂ ਜਦੋਂ ਦੇਖਿਆ ਪਿੰਡ ਪਹੁੰਚੇ ਤੇ ਉਦੋਂ ਨੂੰ ਕੀ ਉੱਥੇ ਮਾਹੌਲ ਸੀ? ਜਿਸ ਟਾਈਮ ਅਸੀਂ ਪਿੰਡ ਪਹੁੰਚੇ ਆ ਜੀ, ਦਾਗ ਤਾਂ ਪਿਤਾ ਜੀ ਦੇ ਜਦੋਂ ਪਿਤਾ ਜੀ ਨੂੰ ਲੈ ਕੇ ਆਏ ਆ, ਪਿਤਾ ਜੀ ਨੇ ਤਾਂ ਮਤਲਬ ਇੰਨੀ ਭੀੜ ਦੇਖ ਕੇ ਸੋਚਿਆ ਵੀ ਕਿਤੇ ਵੀ ਮੇਰਾ ਪੁੱਤ ਆ ਗਿਆ। ਉਹ ਤਾਂ ਇੱਧਰ ਤਾਂ ਦਿਮਾਗ ਹੀ ਨਹੀਂ ਗਿਆ ਵੀ ਇਸ ਤਰ੍ਹਾਂ ਦਾ ਪਰਿਵਾਰ ਪਰ ਹੋ ਗਿਆ ਹੋਊਗਾ। ਉਹਨੇ ਸੋਚਿਆ ਵੀ ਮੇਰੇ ਪੁੱਤ ਆ ਗਿਆ ਹੀ, ਬਈ ਆ ਗਿਆ। ਆਪਣੇ ਮਨ ਵਿੱਚ ਸੋਚਦਾ ਦੱਸਦਾ ਹੁੰਦਾ ਵੀ ਆਪਣੇ ਮਨ ਵਿੱਚ ਮੈਂ ਸੋਚਿਆ ਵੀ ਆ ਗਿਆ ਲੈ ਸੂਰਮਾ ਪੁੱਤ ਮੇਰਾ। ਤਾਂ ਕਹਿੰਦਾ ਮੇਰੇ ਮਤਲਬ ਮਨ ਵਿੱਚ ਸੋਚਦਾ ਮੈਨੂੰ, ਕਹਿੰਦੇ ਅੰਦਰ ਤਾਂ ਨਹੀਂ ਵੜਨ ਦਿੱਤਾ, ਬਾਹਰ ਹੀ ਖੜਾ ਲਿਆ। ਬਾਹਰ ਖੜਾ ਕੇ ਜਦ ਕਹਿੰਦੇ ਮੰਜਿਆਂ 'ਤੇ ਲਿਆਂਦਾ ਏ ਪਾ ਕੇ ਬਾਹਰ, ਮੈਂ ਤਾਂ ਕਹਿੰਦੇ 1 ਲੱਖ ਤੋਂ ਬਈ ਉਹ ਹੋ ਗਿਆ ਵੀ ਇਹ ਕਿਆ ਵਾਕਾ ਹੋ ਗਿਆ, 1 ਮੰਜਾ 2 ਆ 3 ਆ ਮਤਲਬ 4 ਆ। ਕਹਿੰਦਾ ਮੈਂ ਸੋਚਿਆ ਵੀ ਇਹ ਕਿਆ ਵਾਕਾ ਹੋ ਗਿਆ। ਕਹਿੰਦਾ ਮੈਂ ਦੇਖ ਕੇ ਮੇਰਾ, ਕਹਿੰਦਾ ਇੱਕ ਕਹਿੰਦਾ ਧਾ ਮਤਲਬ ਮੈਂ ਮਾਰ ਨਹੀਂ ਸਕਿਆ, ਕਹਿੰਦਾ ਮੇਰਾ ਮੈਂ ਕਹਿੰਦਾ ਉੱਥੇ ਉਹ ਬਸ ਗਿਰਨੇ ਵਾਲਾ ਹੋ ਗਿਆ ਵੀ ਮੈਂ ਤਾਂ ਦੇਖ ਕੇ। ਪਰ ਕਹਿੰਦਾ ਉਹਨਾਂ ਨੇ ਕਹਿੰਦਾ ਬਾਹਰ ਜਦ ਕੱਢੇ ਆ ਮੰਜੇ, ਉਸ ਤਰ੍ਹਾਂ ਹੀ ਕਹਿੰਦੇ ਪੋਸਟਮਾਰਟਮ ਨੂੰ ਲੈ ਗਏ। ਜਦੇ ਪਿਤਾ ਜੀ ਨੂੰ ਸਮਝ ਲੈ ਕੇ ਹੀ ਉਹ ਪੋਸਟਮਾਰਟਮ ਵਾਸਤੇ ਜਿਵੇਂ ਆਏ ਹੁੰਦੇ ਆ, ਪੋਸਟਮਾਰਟਮ ਕਰਨ ਵਾਸਤੇ ਲੈ ਕੇ। ਪੋਸਟਮਾਰਟਮ ਕਰਨ ਤੋਂ ਬਾਅਦ ਕਹਿੰਦੇ ਆਏ, ਕਹਿੰਦੇ ਮੈਨੂੰ ਤਾਂ ਕਹਿੰਦੇ ਕੁਛ ਸੁੱਝਣ ਹੀ ਨਹੀਂ ਦਿੱਤਾ ਹੈਗਾ, ਜਦੇ ਕਹਿੰਦੇ ਲੈ ਕਰਕੇ ਉਹ ਵੀ ਕਰਾਤੇ, ਸੰਸਕਾਰ ਵੀ ਕਰਵਾਤਾ। ਔਰ ਪਿਤਾ ਕਹਿੰਦੇ ਮੈਂ ਤਾਂ ਇਹ ਵੀ ਨਹੀਂ ਸੋਚਿਆ ਵੀ ਇਹਦਾ ਵੀ ਪੁੱਤ ਵੀ ਉਹਦੇ ਵਿੱਚ ਆ, ਵੀ ਇਹਨਾਂ ਨੂੰ ਕਹਾਂ ਵੀ ਉਹਦਾ ਪੁੱਤ ਲਿਆਓ, ਵੀ ਉਹ ਦਾਊਗਾ ਦਾਗ, ਇਹਦਾ ਪਤੀ ਲਿਆਓ, ਵੀ ਉਹ ਪੁੱਤਰ ਪਤੀ ਨੂੰ ਲਿਆਓ, ਵੀ ਉਹੀ ਕਰੂਗਾ ਦਾਗ। ਵੀ ਚੱਲ ਮੈਂ ਮਾਸੀ ਤੇ ਨਾ ਮੇਰੀ, ਵੀ ਉਹਨਾਂ ਨੂੰ ਵੀ ਮੈਂ ਕਹਾਂ ਵੀ ਚੱਲ ਤੁਸੀਂ ਉਹ ਲਿਆਓ ਨਾ। ਤੁਸੀਂ ਕਿਉਂਕਿ ਇੱਕ ਪੁੱਤ ਦਾ ਜਿਹੜਾ ਦੁੱਖ ਹੁੰਦਾ ਉਹ ਵੀ ਬਹੁਤ ਵੱਡਾ ਮੰਨਿਆ ਜਾਂਦਾ, ਭਰਾ ਦਾ ਵੀ। ਤੁਸੀਂ ਪੁੱਤ ਨੂੰ ਵੀ ਗਵਾਇਆ, ਭਰਾ ਨੂੰ ਵੀ ਗਵਾਇਆ, ਤੇ ਹੋਰ ਜਿਹੜੇ ਪਰਿਵਾਰ 'ਚ ਜੀ ਸੀਗੇ ਕੌਣ ਕੌਣ ਸੀਗੇ
ਤੇ ਇੱਕ ਪੁੱਤ ਬਾਰੇ ਵੀ ਮੈਂ ਚਾਹੂੰਗਾ ਦੱਸੋ ਵੀ ਉਹ ਤੁਸੀਂ ਆਪ ਦਿੱਲੀ ਸੀਗੇ, ਉਹਨਾਂ ਨੂੰ ਕਿੰਨੇ ਦਿਨ ਪਹਿਲਾਂ ਨਾਨਕੇ ਭੇਜਿਆ ਹੋਇਆ ਸੀ? ਨਾਨਕੇ ਉਹ ਗਿਆ ਸੀ ਤਕਰੀਬਨ 4-5 ਕੁ ਮਹੀਨੇ ਪਹਿਲਾਂ ਚੱਲੇ ਗਏ ਤੇ ਮੈਨੂੰ ਕਹਿੰਦੇ ਤੇ ਵੀ ਤੂੰ ਮੇਰੇ ਕੋਲ ਇੱਕ ਬੱਚਾ ਹੋਰ ਸੀ, ਮੈਨੂੰ ਕਹਿੰਦੇ ਵੀ 2 ਬੱਚਿਆਂ ਨੂੰ ਕਿਵੇਂ ਸਾਂਭੂਗੀ। ਉਹ ਥੋੜਾ ਜਿਹਾ ਮਤਲਬ ਉਹਨੂੰ ਵੀ ਤੁਰਦਾ ਨਹੀਂ ਸੀ ਹੈਗਾ, ਮਤਲਬ ਥੋੜਾ ਬਿਮਾਰ, ਹਾਂਜੀ ਠੀਕ ਨਹੀਂ ਸੀ, ਵੀ ਤੂੰ 2 ਨੂੰ ਕਿੱਥੇ ਸਾਂਭੂਗੀ, ਵੀ ਚੱਲ ਇੱਕ ਨੂੰ ਅਸੀਂ ਉਹ ਕਰ ਲੈਂਦੇ ਆ। ਉਹ ਮੈਂ ਵੀ ਮਤਲਬ ਜ਼ਿਆਦਾ ਕਰਕੇ ਜਦੋਂ ਕਹਿੰਦੇ ਹੁੰਦੇ ਬੱਚੇ ਪੜ੍ਹਨ ਨਹੀਂ ਨਾ ਲੱਗਦੇ ਜਿੰਨੀ ਦੇਰ ਤੱਕ, ਬਈ ਧੀ ਭੈਣ ਜ਼ਿਆਦਾ ਪਿਓਕਿਆਂ ਨੂੰ ਹੁੰਦਾ ਵੀ ਚਲੋ ਪਿਓਕੇ ਰਿਹਾ ਉਹ, 1 ਦਿਨ ਵਾਸਤੇ ਗਏ ਆ, 2 ਦਿਨ ਲਾਏ ਆ, 2 ਵਾਸਤੇ ਗਏ ਆ, 4 ਦਿਨ ਲਾਏ ਆ। ਉਹਦਾ ਵੀ ਖੈਰ ਉੱਥੇ ਦਾ ਮੋਹ ਸੀ ਬੱਚੇ ਦਾ, ਬੱਚਿਆਂ ਦਾ ਨਾਨਕਿਆਂ ਨਾਲ ਹੈਗਾ ਸੀ, ਉਹਦਾ ਵੀ ਮੋਹ ਉੱਥੇ ਦਾ। ਉੱਦਾਂ ਵੀ ਉਹ ਲੈ ਜਾਂਦੇ ਤੇ ਵੀ ਚੱਲ ਆ ਜਾ ਵੀ ਸਾਨੂੰ ਭੇਜ ਦੇ 1 ਦਿਨ ਵਾਸਤੇ ਆ। ਹੋਰ ਉਹ ਜਿਹੜੀ ਮੇਰੇ ਚਾਚਾ ਜੀ ਦੀ ਲੜਕੀ ਸੀ ਉਹ ਮੇਰੇ ਬੇਟੇ ਦਾ ਬਹੁਤ ਕਰਦੀ ਹੁੰਦੀ ਸੀ। ਉਹਨੇ ਕਹਿਣਾ ਇਹ ਮੇਰਾ ਪੁੱਤ ਆ, ਮੈਂ ਉਹਨੂੰ ਕਹਿਣਾ ਵੀ ਤੂੰ ਕੁਆਰੀ ਹੁੰਦੀ ਆ ਕਣਾ ਪੁੱਤ ਪੁੱਤ ਕਰੀ ਜਾਂਦੀ ਆ, ਮੈਨੂੰ ਤਾਂ ਹਜੇ ਵਿਆਹ ਕਰਾ ਕੇ ਪੁੱਤ ਕਹਿਣੇ 'ਤੇ ਬੜੀ ਸ਼ਰਮ ਜਿਹੀ ਆਉਂਦੀ ਆ ਵੀ ਤੂੰ ਉਹ ਕਹਿੰਦੀ ਆ। ਫਿਰ ਅਸੀਂ ਉਹਨੂੰ ਹੱਸੀ ਜਾਣਾ, ਕਹਿੰਦੀ ਲੈ ਇਹ ਤਾਂ ਮੈਂ ਹੀ ਉਹ ਕਰਨਾ, ਕਹਿੰਦੀ ਮੈਂ ਤਾਂ ਕਹਿੰਦੀ ਸੱਸ ਵੀ ਇਹਦੀ ਮੈਂ ਹੀ ਬਣਨਾ। ਸਾਨੂੰ ਉਹਨੇ ਕਹਿਣਾ, ਅਸੀਂ ਕਹਿਣਾ ਸੱਸ ਤਾਂ ਚੱਲ ਬਣ ਜੂਗੀ, ਸਹੁਰਾ ਕਿੱਥੇ ਤੇ ਲਿਆਉਂਗੀ। ਕਹਿੰਦੀ ਜਾਨੂੰ, ਕਹਿੰਦੀ ਸਹੁਰਾ ਵੀ ਆ ਜਾਊਗਾ, ਜਾਨੂੰ ਇਹਦਾ ਵਿਆਹ ਕਰਨਾ ਮੈਂ। ਮਤਲਬ ਜਿਕਣਾ ਕੁਦਰਤੀ ਮਤਲਬ ਉਹ ਹੁੰਦੀਆਂ ਗੱਲਾਂ ਨਿਕਲਦੀਆਂ, ਬਸ ਇਕੱਠੇ ਹੀ ਗਏ ਆ ਫਿਰ ਉਹ। ਅੱਛਾ, ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਬਲਵਿੰਦਰ ਜੀ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਹੋਣਾ ਵੀ ਐਵੇਂ ਐਵੇਂ ਕਰਕੇ ਵੀ ਮੇਰੀ ਜਿਹੜੀ ਭੈਣ ਸੀਗੀ ਉਹ ਉੱਥੇ ਹੈ ਨਹੀਂ ਸੀਗੀ, ਉਹ ਹੈਗੇ ਨੇ, ਕਿ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਜੀ, ਉਦੋਂ ਕਿਹੜੇ ਕੋਈ ਫੋਨ ਹੁੰਦੇ ਤੇ ਵੀ ਜਿਹੜੀ ਗੱਲਬਾਤ ਕਰ ਲੈਣੀ ਇਹਨਾਂ ਨੇ, ਕੋਈ ਗੱਲਬਾਤ ਨਹੀਂ ਹੋਈ ਹੈਗੀ, ਕੋਈ ਉਹ ਨਹੀਂ ਹੋਇਆ ਹੈਗਾ। ਮਤਲਬ ਬਸ ਇਹ ਸੁਣੇ ਸੁਣਾਈ ਬਸ ਗੱਲਾਂ, ਤੇ ਇਹ ਆ ਵੀ ਉਹਨੂੰ ਪਤਾ ਲੱਗ ਗਿਆ ਸੀ ਪਰਿਵਾਰ ਦਾ। ਜਦੋਂ ਪਰਿਵਾਰ ਦਾ ਪਤਾ ਲੱਗ ਗਿਆ ਸੀ, ਇਹ ਗੱਲਾਂ ਦੱਸੀਆਂ ਇੱਕ ਦਿਨ ਜਦ ਭੋਗ ਪਿਆ ਹੈ, ਭੋਗ ਪਰ ਇੱਕ ਲੀਡਰ ਦੱਸ ਰਿਹਾ ਸੀ ਬਈ ਜਦੋਂ ਬਲਵਿੰਦਰ ਨੂੰ ਪਤਾ ਲੱਗਿਆ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ ਆ, ਉਹਨੇ ਕਿਹਾ ਵੀ ਪਰਮਾਤਮਾ ਤੇਰਾ ਸ਼ੁਕਰ ਆ ਕੋਈ ਕਲੰਕ ਤਾਂ ਨਹੀਂ ਲੱਗਿਆ, ਪਰ ਅਸੀਂ ਤੈਨੂੰ ਕਹਿਣ ਜੋਗੇ ਹੋ ਗਏ ਵੀ ਅਸੀਂ ਤੇਰੇ ਰਾਹ 'ਤੇ ਤੁਰੇ ਹਾਂ। ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਜੋਗੇ ਹੋ ਗਏ ਵੀ ਅਸੀਂ ਤੇਰੇ ਰਾਹ 'ਤੇ ਤੁਰ ਪਏ ਹਾਂ। ਮਤਲਬ ਉਹਨੇ ਕਹਿੰਦੇ ਉਸ ਟਾਈਮ ਵੀ ਬੜੀ ਦਲੇਰਤਾ, ਮਤਲਬ ਕੋਈ ਮਤਲਬ ਉਹ ਆਪਣੇ ਮਨ ਪਰ ਬੋਝ ਪੈਣ ਨਹੀਂ ਦਿੱਤਾ ਵੀ ਉਹਨੇ। ਉਹਨੂੰ ਪਤਾ ਮਤਲਬ ਹੁਣ ਜਿਹੜੇ ਬਾਹਰ ਨਿਕਲੇ ਸੰਘਰਸ਼ ਵਿੱਚ ਚਲੇ ਗਏ, ਉਹਨਾਂ ਨੂੰ ਇੰਨਾ ਕੁ ਤਾਂ ਪਤਾ ਹੁੰਦਾ ਵੀ ਕੁਝ ਵੀ ਹੋ ਸਕਦਾ ਹੈ। ਹਾਂਜੀ, ਗਵਾਉਣਾ ਵੀ ਪੈਂਦਾ ਬਹੁਤ ਕੁਛ, ਕਹਿੰਦੇ ਹੁੰਦੇ ਜੇ ਅੱਜ ਇੱਜ਼ਤ ਮਾਣ ਪਾਈ ਆ ਤਾਂ ਗਵਾਇਆ ਵੀ ਬਹੁਤ ਕੁਛ ਆ। ਹੁਣ ਇੱਕ ਭੈਣ ਵਾਸਤੇ ਜਿੱਥੇ ਕਹਿੰਦੇ ਹੁੰਦੇ ਇੱਕ ਭਾਈ ਦੀ ਇੰਨੀ ਬੜੀ ਸ਼ੋਭਾ ਸੁਣ ਕੇ ਮਾਣ ਪ੍ਰਾਪਤ ਹੁੰਦਾ, ਉੱਥੇ ਕਹਿੰਦੇ ਹੁੰਦੇ ਸੱਜੀ ਬਾਂਹ ਦਾ ਟੁੱਟ ਜਾਣਾ ਵੀ ਇੱਕ ਦੁੱਖ ਦੀ ਉਹ ਹੁੰਦੀ ਹੈ। ਭੈਣ ਵਾਸਤੇ ਜੜਨਾ ਬੜਾ ਔਖਾ ਹੁੰਦਾ। ਉਸ ਤੋਂ ਬਾਅਦ ਫਿਰ ਥੋੜੇ ਦਿਨਾਂ ਬਾਅਦ ਤੁਹਾਡੇ ਭਰਾ ਦਾ ਤੁਹਾਨੂੰ ਪਤਾ ਲੱਗਿਆ ਹੋਣਾ ਜੀ, ਉਹਨਾਂ ਦਾ ਵੀ ਜਿਹੜਾ ਐਨਕਾਊਂਟਰ ਹੋਇਆ, ਸੋ ਦੂਜਾ ਝਟਕਾ ਉਹ ਮਿਲਿਆ। ਉਸ ਤੋਂ ਬਾਅਦ ਫਿਰ ਪਰਿਵਾਰ ਦਾ ਅੱਗੇ ਕਿਵੇਂ ਫਿਰ ਕੰਮ ਚਲਾਇਆ? ਉਸ ਦਿਨ ਜਿਸ ਦਿਨ ਇਹ ਬਲਵਿੰਦਰ ਉਹਨਾਂ ਦਾ ਮਤਲਬ ਮੁਕਾਬਲਾ ਹੋਇਆ ਹੈ, ਸ਼ਾਮ ਨੂੰ ਮਤਲਬ ਟੀਵੀ 'ਤੇ ਖਬਰ ਆ ਗਈ ਆ। ਟੀਵੀ 'ਤੇ ਖਬਰ ਆਈ, ਲੋਕਾਂ ਨੂੰ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ, ਸਾਨੂੰ ਤਾਂ ਘਰ ਵਿੱਚ ਪਤਾ ਨਹੀਂ ਸੀ। ਸਾਨੂੰ ਘਰ ਵਿੱਚ ਕਿਸੇ ਨੂੰ ਕੋਈ ਪਤਾ ਨਹੀਂ ਸੀ। ਸਾਡੇ ਘਰ ਵਿੱਚ ਸਿਰਫ ਚਰਚਾ ਹੁੰਦੀ ਤੀ ਵੀ ਚਾਚਾ ਜੀ ਨੂੰ ਛਡਾਉਣਾ ਹੈ, ਭਾਈ ਨੂੰ ਮੇਰੇ ਨੂੰ ਉਹਨੂੰ ਛਡਾਉਣਾ, ਉਹਦੇ ਬਾਰੇ ਗੱਲਬਾਤ ਹੁੰਦੀ ਰਹਿੰਦੀ ਤੀ ਵੀ ਅੱਜ ਕਿਹਦੇ ਕੋਲ ਜਾਈਏ, ਅੱਜ ਕਿਹਦੇ ਕੋਲ ਜਾਈਏ, ਵੀ ਚਲੋ ਉਹਨਾਂ ਨੂੰ ਛਡਾ ਕੇ ਲਿਆਈਏ। ਬਸ ਇਹ ਗੱਲਾਂ ਬਾਤਾਂ ਹੁੰਦੀਆਂ ਤੇ ਉਸ ਦਿਨ ਜਿਸ ਦਿਨ ਮਤਲਬ ਟੀਵੀ ਪਰ ਲੋਕਾਂ ਨੇ ਸੁਣਿਆ, ਉਸ ਦਿਨ ਸਾਰੇ ਲੋਕ ਆਏ ਇਕੱਠੇ ਹੋ ਕੇ। ਮਤਲਬ ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ। ਉਹ ਕਹੇ ਕਰੇ ਅੱਜ ਕੱਲ੍ਹ ਨੂੰ ਆਪਾਂ ਨੇ ਫਤਿਹਗੜ੍ਹ ਸਾਹਿਬ ਜਾਣਾ, ਫਤਿਹਗੜ੍ਹ ਸਾਹਿਬ ਜਾਣਾ। ਪਿਤਾ ਜੀ ਦੇ ਦਿਮਾਗ ਵਿੱਚ ਤਾਂ ਇਹ ਗੱਲ, ਪਿਤਾ ਕਹਿੰਦੇ ਹਾਂ ਆਪਾਂ ਚੱਲੂਗੇ, ਵੀ ਕਿੰਨੇ ਕੁ ਵਜੇ ਜਾਣਾ ਦੱਸੋ, ਕਹਿੰਦੇ ਚੱਲਾਂਗੇ ਕੋਈ ਨਹੀਂ ਸਵੇਰੇ ਦੱਸ ਦਾਂਗੇ ਟਾਈਮ। ਬਸ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਕਿਉਂ ਜਾਣਾ। ਪਿਤਾ ਜੀ ਤਾਂ ਸਮਝ ਹੀ ਗਏ, ਅਸੀਂ ਵੀ ਸਮਝ ਹੀ ਗਏ ਵੀ ਚਾਚਾ ਜੀ ਨੂੰ ਲਿਆਉਣਾ ਛਡਾ ਕੇ, ਵੀ ਲਿਆਉਣਾ ਉਹਨਾਂ ਨੂੰ ਭਰਾ ਨੂੰ ਲਿਆਉਣਾ ਛਡਾ ਕੇ, ਇਹੀ ਗੱਲ ਸਮਝੀ ਗਏ ਅਸੀਂ ਤਾਂ ਜਦੋਂ ਮਤਲਬ ਸਵੇਰ ਹੋਈ ਹੈ, ਸਵੇਰ ਟਾਈਮ ਵੀ ਕਿਸੇ ਨੇ ਨਹੀਂ ਸਾਨੂੰ ਕੁਝ ਵੀ ਦੱਸਿਆ। ਸਵੇਰ ਟਾਈਮ ਵੀ ਅਸੀਂ ਚਾਹ ਉੱਠੇ ਆ, ਚਾਹ ਪਾਣੀ ਪੀਤਾ, ਹੋਰ ਕਹਿੰਦੇ ਰੋਟੀ ਪਾਣੀ ਖਾਧੀ ਆ, ਕੋਈ ਕਿਸੇ ਨੇ ਨਹੀਂ ਦੱਸਿਆ। ਉਸ ਟਾਈਮ ਵੀ 10-11 ਵਜੇ ਫਿਰ ਜਦ ਲੋਕ ਇਕੱਠੇ ਹੋ ਕੇ ਆਏ ਆ,
ਤੇ ਮੈਂ ਵੀ ਆਪਣੇ ਕੱਪੜੇ ਚੱਕਣ ਚਲੇ ਗਈ। ਮੈਂ ਕਿਹਾ ਮੈਂ ਕੱਪੜੇ ਲਿਆਵਾਂ, ਮੇਰੇ ਕੋਲ ਤਾਂ ਕੱਪੜੇ ਨਹੀਂ ਹੈਗੇ ਬਦਲਣੇ ਨੂੰ, ਵੀ ਮੈਂ ਉੱਥੇ ਤੇ ਆਈ ਹਾਂ, ਮੈਂ ਕੱਪੜੇ ਭੁੱਲੇ ਆਈ ਅੱਧੇ ਵਿੱਚ, ਜਗਾਣਾ ਸਲਵਾਰਾਂ ਲੈ ਗਈ, ਕਮੀਜ਼ ਕੋਈ ਹੈ ਹੀ ਨਾ ਵਿੱਚ, ਇਸ ਤਰ੍ਹਾਂ ਹੋ ਗਿਆ। ਮੈਂ ਕਿਹਾ ਕੱਪੜੇ ਹੀ ਨਹੀਂ ਮੈਂ ਤਾਂ ਲੈ ਕੇ ਆਈ ਹੈਗੀ ਕੋਈ। ਮੈਂ ਮਰੰਡੇ ਨੂੰ ਆਈ ਜਾਂ ਮੈਂ ਚਮਕੌਰ ਸਾਹਿਬ ਆਈ, ਉੱਥੇ ਦੇਖਿਆ 9 ਕਿਸੇ ਮਤਲਬ ਸਵਾਰੀਆਂ ਚੜ੍ਹੀਆਂ, ਉਹਨਾਂ ਦਾ ਅਖਬਾਰ ਦੇਖਿਆ ਹੱਥ ਵਿੱਚ, ਭਾਈ ਬਲਵਿੰਦਰ ਉਹਨਾਂ ਨੇ ਲਿਖਿਆ ਵਾ ਤਾਂ ਭਾਈ ਜਟਾਣਾ ਤੇ ਚੰਨਾ। ਜਦੋਂ ਮੈਂ ਭਾਈ ਜਟਾਣਾ ਪੜ੍ਹਿਆ ਔਰ ਚੰਨਾ ਪੜ੍ਹਿਆ, ਬਸ ਗਾਹਾਂ ਤਾਂ ਮਤਲਬ ਦੂਰ 'ਤੇ ਇੱਦਾਂ ਬੜੇ ਮੋਟੇ ਮੋਟੇ ਅਕਸ਼ਰਾਂ ਵਿੱਚ ਲਿਖਿਆ ਵਾ। ਬਸ ਮੈਂ ਤਾਂ ਉੱਥੀ, ਉਹ ਕਹਿੰਦੇ ਹੁੰਦੇ ਮੈਨੂੰ ਨਹੀਂ ਪਤਾ ਲੱਗਿਆ ਵੀ ਕਿਆ ਹੋ ਗਿਆ ਕਿਆ ਨਹੀਂ। ਮੈਂ ਉੱਥੀ ਤੇ ਵਾਪਸ ਮੁੜੀ ਹਾਂ, ਮੁੜ ਕੇ ਪੈਸੇ ਦੇ ਲਈ ਭੱਜੀ ਹਾਂ। ਮੈਨੂੰ ਇਹ ਨਾ ਪਤਾ ਲੱਗੇ ਵੀ ਮੈਂ ਕਿਸੇ ਨੂੰ ਕਹਾਂ ਵੀ ਮੈਨੂੰ ਛੱਡਿਆ ਜਾਂ ਹੋਰ ਕਰੇ, ਕੁਛ ਨਹੀਂ ਦਿਮਾਗ ਵਿੱਚ ਆਇਆ। ਫਿਰ ਕੋਈ ਜਾਣ ਪਛਾਣ ਨੇ ਕਿਸੇ ਨੇ ਹਾਕ ਮਾਰ ਕੇ, ਬੱਸ ਆ ਰਹੀ ਸੀ ਇੱਧਰ ਨੂੰ, ਕੋਈ ਜਾਣ ਪਛਾਣ ਨੇ ਦੇਖ ਲਿਆ ਹੋਣਾ ਵੀ ਇਹ, ਉਹਨੇ ਕਿਹਾ ਵੀ ਉਹ ਕੁੜੀ ਜਾ ਰਹੀ ਹੈ ਜਿਹੜੀ ਵੀ, ਉਹਨੂੰ ਤੂੰ ਜਟਾਣੇ ਪੁਲ ਪਰ ਤਾਰ ਦੀ। ਉਹਨੇ ਮੈਨੂੰ ਲਿਆ ਕੇ ਉੱਥੇ ਤਾਰਿਆ, ਕੋਈ ਕਿਰਾਇਆ ਵੀ ਨਹੀਂ ਲਿਆ ਹੈਗਾ ਉਹਨੇ ਮੇਰੇ 'ਤੇ। ਮੈਂ ਉਹਨੂੰ ਕਿਹਾ ਕਿਰਾਇਆ ਵੀਰ, ਕਹਿੰਦਾ ਕੋਈ ਨਾ ਭੈਣ ਬੈਠੀ ਰਹਿ ਤੂੰ। ਉਹਨੇ ਤਾਰਤਾ, ਕਹਿੰਦਾ ਸੰਭਲ ਕੇ ਚਲੇ ਜੀ। ਕੁਛ ਨਹੀਂ ਉਹਨੇ ਮੈਨੂੰ ਕਿਹਾ, ਕਹਿੰਦਾ ਸੰਭਲ ਕੇ ਚਲੇ ਜੀ ਬਸ, ਕੋਈ ਨਾ। ਮੈਂ ਕਿਹਾ ਆਈ ਹਾਂ ਮੈਂ, ਜਦੋਂ ਮੈਂ ਆ ਰਹੀ ਹਾਂ ਪਿਤਾ ਜੀ ਨੂੰ ਲੈ ਕੇ ਜਾ ਰਹੇ ਸੀ ਪਿੰਡ ਵਾਲੇ, ਫਿਰ ਮੇਰਾ ਦਿਲ ਕਰੇ ਵੀ ਮੈਂ ਪਿਤਾ ਜੀ ਦੇ ਗਲ ਲੱਗ ਕੇ ਰੋਵਾਂ, ਪਰ ਮੈਂ ਆਪਣੇ ਕੁਛ ਨਹੀਂ ਬੋਲੀ ਹੈਗੀ ਉਸ ਟਾਈਮ। ਮੈਂ ਚੁੱਪ ਕਰਕੇ ਉਹ ਚਲੇ ਗਈ। ਮੈਂ ਕਿਹਾ ਪਿਤਾ ਜੀ ਨੂੰ ਪਤਾ ਨਹੀਂ ਪਤਾ ਹੈ। ਫਿਰ ਮੇਰੇ ਦਿਮਾਗ 'ਚ ਇਹੀ ਗੱਲ ਆਈ ਵੀ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ। ਬਸ ਮੈਂ ਘਰ ਗਈ ਹਾਂ, ਪਤਾ ਨਹੀਂ ਕਿਆ। ਫਿਰ ਜਦੋਂ ਮੈਂ ਘਰ ਪਹੁੰਚੀ ਹਾਂ, ਘਰ ਪਹੁੰਚ ਕੇ ਮੈਨੂੰ ਇਹੋ ਜਿਹਾ ਦਿਮਾਗ ਹੋਇਆ ਕੋਈ ਰੋਣਾ ਨਾ ਆਵੇ, ਸਾਰੀ ਦੁਨੀਆ ਰੋਵੇ ਕਰੇ, ਮੈਂ ਬੈਠੀ, ਮੈਂ ਰੋਣਾ ਹੀ ਨਾ ਆਵੇ, ਅੱਖਾਂ 'ਤੇ ਪਾਣੀ ਨਾ ਆਵੇ, ਮਤਲਬ ਪੱਥਰ ਹੋ ਗਿਆ ਦਿਲ। ਬੈਠੀ ਦੇਖਦੀ ਆਲੇ ਦੁਆਲੇ ਵੀ ਕਿਆ ਹੋ ਗਿਆ। ਸਾਰੇ ਮੈਨੂੰ ਕਹਿੰਦੇ ਆ ਤੇਰਾ ਕੁੜੇ ਇੰਨਾ ਬੜਾ ਭਾਈ ਚਲੇ ਗਿਆ, ਤੂੰ ਉਹੀ ਨਹੀਂ ਹੁੰਦੀ। ਮੈਂ ਕਿਹਾ ਨਹੀਂ ਵੀ ਕੋਈ ਨਾ, ਉਹ ਤਾਂ ਸ਼ਹੀਦ ਹੋ ਗਿਆ ਬਈ, ਆ ਜਾਣਾ। ਬਸ ਫਿਰ ਜਦ ਉਹਨੂੰ ਲੈ ਕੇ ਆਏ ਆ ਬਲਵਿੰਦਰ ਨੂੰ, ਉੱਥੇ ਫਿਰ ਇਹਨਾਂ ਨੇ ਮਤਲਬ ਕਾਲਜ ਦੇ ਵਿਦਿਆਰਥੀਆਂ ਨੇ ਜਾਮ ਲਾ ਤਾ, ਤਾਂ ਜਾਮ ਲਾ ਕੇ ਮਤਲਬ ਹੋਰ ਲੀਡਰ ਵੀ ਤੇ ਕਈ ਕਹਿੰਦੇ, ਉਹਨਾਂ ਨੇ ਫਿਰ ਲਾਸ਼ਾਂ ਦਵਾਤੀਆਂ ਤੇ ਘਰਦਿਆਂ ਨੂੰ। ਜਦੋਂ ਲਾਸ਼ਾਂ ਦਵਾਈਆਂ ਘਰ ਲੈ ਕੇ ਆਏ ਆ, ਉਸ ਟਾਈਮ ਫਿਰ ਨਹੀਂ ਮੇਰਾ ਮਨ ਰੁਕਿਆ ਹੈਗਾ। ਉਸ ਟਾਈਮ ਤਾਂ ਮੇਰਾ ਆਪਣਾ ਆਪ ਪਤਾ ਨਹੀਂ ਕਹਿੰਦੇ ਹੁੰਦਾ ਕਿਆ ਕੁਛ ਸਿਰੇ ਉਸ ਟਾਈਮ ਮੇਰੇ ਤਾਂ ਇਹ ਹੋਇਆ ਵੀ, ਮੇਰੇ ਤਾਂ ਹੁਣੇ ਮਰ ਜਾਵਾਂ ਮੈਂ ਵੀ। ਤੁਹਾਡੇ ਨਾਲ ਜਦੋਂ ਛੋਟੇ ਹੁੰਦੇ ਕਿਉਂ ਗੱਲਬਾਤ ਤੁਸੀਂ ਤੁਹਾਡੇ ਭੈਣ ਭਰਾਵਾਂ ਦੀ ਹੁੰਦੀ ਸੀਗੀ, ਕਹਿੰਦੇ ਆ ਵੀ ਬਹੁਤ ਪੜ੍ਹਨ 'ਚ ਬਹੁਤ ਹੁਸ਼ਿਆਰ ਸੀ, ਉਦੋਂ ਕਦੇ ਐਂ ਤੁਹਾਡੇ ਨਾਲ ਗੱਲ ਕਰਦੇ ਸੀ ਜਿਵੇਂ ਤੁਸੀਂ ਗੱਲ ਕੀਤਾ ਵੀ ਤੁਸੀਂ ਯੋਧਾ ਮੰਨਦੇ ਹੋ ਅੱਜ ਵੀ, ਤੁਹਾਡੇ ਪਿਤਾ ਜੀ ਵੀ ਕਹਿੰਦੇ ਸੀ ਮੇਰਾ ਸੂਰਮਾ ਪੁੱਤ, ਉਦੋਂ ਕੋਈ ਗੱਲਾਂ 'ਚ ਲੱਗਦਾ ਸੀਗਾ ਵੀ ਇਹ ਇਸ ਤਰੀਕੇ ਦੀ ਕੋਈ ਮਤਲਬ ਸੋਚ ਹੈ ਜਾਂ ਆਪਣੇ ਸੂਬੇ ਲਈ ਦੇਸ਼ ਲਈ ਕੁਛ ਕਰਨਾ ਚਾਹੁੰਦੇ ਆ ਕੌਮ ਦੇ ਲਈ? ਕੋਈ ਉਸ ਟਾਈਮ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ। ਵੈਸੇ ਹੀ ਉਹ ਸ਼ੁਰੂ ਤੋਂ ਹੀ ਮਤਲਬ ਐ ਨਹੀਂ ਵੀ ਕੋਈ ਵੀ ਕੰਮਕਾਰ ਆ ਜਿਹੜਾ ਵੀ ਕਰਨਾ ਹੈ, ਕੰਮਕਾਰ ਵੀ ਵਧੀਆ ਆਪਣਾ ਕਰਦਾ ਸੀ। ਮਤਲਬ ਜਿਵੇਂ ਸਾਡਾ ਮਤਲਬ ਰਾਮਗੜ੍ਹੀਏ ਆ ਵੀ ਲੱਕੜੀ ਦਾ ਕੰਮ ਆ, ਲੱਕੜੀ ਦਾ ਕੰਮ ਵੀ ਨਾਲ ਕਰਵਾਉਣਾ, ਖੇਤੀਬਾੜੀ ਦਾ ਵੀ ਕੰਮ ਕਰਵਾਉਣਾ। ਫਿਰ ਦੇਖ ਲਓ ਗੁਰਮਤਿ ਕਲਾਸਾਂ ਵੀ ਲਵਾਉਂਦਾ ਸੀ। ਅੰਮ੍ਰਿਤ ਛਕਿਆ ਵਾ ਤਾਂ ਉਹਨੇ, ਤੜਕੇ ਉੱਠ ਕੇ ਗੁਰਦੁਆਰੇ ਵੀ ਜਾਣਾ, ਪਾਠ ਵੀ ਬੱਚਿਆਂ ਨੂੰ ਸੰਥਿਆ ਦੇਣੀ, ਆਹ ਪਾਠ ਕਰਵਾਉਣਾ ਸਿਖਾਉਣਾ। ਕੋਈ ਮਤਲਬ ਉਹਦਾ ਆਪਣਾ ਹੀ ਟਾਈਮ ਟੇਬਲ ਹੁੰਦਾ, ਤਾਂ ਮਤਲਬ ਇਹ ਨਹੀਂ ਤਾਂ ਵੀ ਆਹ ਕੰਮ ਖੁੰਝ ਗਿਆ ਆ ਉਹ ਖੁੰਝ ਗਿਆ। ਕਾਲਜ ਵੀ ਜਾਣਾ ਹੈ, ਕਾਲਜ ਵਿੱਚ ਵੀ ਹੁਸ਼ਿਆਰ ਸੀ, ਇੰਗਲਿਸ਼ ਦੀ MA ਕਰ ਰਿਹਾ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਅੱਛਾ, ਫਿਰ ਉਸ ਤੋਂ ਬਾਅਦ ਜੀ ਪਰਿਵਾਰ 'ਚ ਕੌਣ ਕੌਣ ਰਹਿ ਗਿਆ ਤੁਹਾਡੇ ਇਲਾਵਾ, ਤੇ ਫਿਰ ਉਹਨਾਂ ਨੇ ਰਲ ਕੇ ਫਿਰ ਕਿਵੇਂ ਅੱਗੇ ਜਿਹੜਾ ਗੁਜ਼ਾਰਾ ਕਿਵੇਂ ਕੀਤਾ ਜੀ ਸਾਰਾ? ਫਿਰ ਜੀ ਐ ਤੇ ਪਿਤਾ ਜੀ ਤੇ ਚਾਚਾ ਜੀ ਵੀ ਫਿਰ ਜਿਸ ਦਿਨ ਮੇਰਾ ਫਿਰ ਭਰਾ ਉਹ ਆਇਆ ਉਸ ਦਿਨ ਫਿਰ ਦਾਗ ਨਹੀਂ ਤੇ ਦਿੱਤੇ ਹੈਗੇ। ਮੇਰੇ ਪਿਤਾ ਜੀ ਨੇ ਕਿਹਾ ਵੀ ਪਹਿਲਾਂ ਮੇਰੇ ਭਰਾ ਨੂੰ ਔਰ ਭਤੀਜੇ ਨੂੰ ਛੱਡੋ ਤਾਂ ਅਸੀਂ ਦਾਗ ਦੇਣੇ ਆ। ਫਿਰ ਉਹ ਕਹੀ ਗਏ ਤੁਸੀਂ ਕੋਈ ਨਹੀਂ ਦਾਗ ਦੇ ਦਿਓ, ਆ ਜਾਣਾ ਉਹਨਾਂ ਨੇ ਵੀ, ਅਸੀਂ ਕਰਤੇ ਫੋਨ ਆ ਜਾਣਾ। ਫਿਰ ਇਹ ਕਹਿੰਦੇ ਮੈਂ ਨਹੀਂ ਦੇਣੇ ਹੈਗੇ ਦਾਗ। ਮੈਂ ਅੱਖੀ ਦੇਖ ਕੇ ਮੇਰੇ ਸਾਹਮਣੇ ਆਏ ਤੇ ਫਿਰ ਉਹ ਦੇਣੇ ਕੋਲ। ਦੇਖ ਲਓ ਰਾਤ ਨੂੰ ਜੀ ਸੁਖਮਨੀ ਸਾਹਿਬ ਦੇ ਪਾਠ ਹੋ ਹੀ ਗਏ ਆ ਸਾਰੀ ਰਾਤ ਪਿੰਡ ਦੇ। ਕਦੇ ਕੋਈ ਮਤਲਬ ਵਾਰੀ ਲੜੀ ਚੱਲ ਰਹੀ ਤੀ ਸੁਖਮਨੀ ਸਾਹਿਬ ਦੇ ਪਾਠਾਂ ਦੀ, ਕੋਈ ਇਹੀ ਜਿਹੀ ਉਹ ਨਹੀਂ ਤੀ। ਦੇਖ ਲਓ ਪਾਠਾਂ ਦੀ ਲੜੀ ਦੇ ਵਿੱਚ ਫਿਰ ਰਾਤ 1 ਵਜੇ ਦੇ ਕਰੀਬ ਛੱਡੇ ਆ ਫਿਰ ਮੇਰੇ ਭਰਾ ਨੂੰ ਔਰ ਚਾਚਾ ਨੂੰ।
1 ਵਜੇ ਦੇ ਰਾਤ ਜਦ ਛੱਡਿਆ ਫਿਰ ਸਾਰੇ ਜਿੰਨੇ ਵੀ ਲੋਕ ਬੈਠੇ ਤੇ ਸਾਰੇ ਕਹਿਣ ਧੰਨ ਆ ਸੂਰਮਿਆ ਤੂੰ ਤਾਂ ਮਰ ਕੇ ਵੀ ਕਹਿੰਦੇ ਹੁੰਦੇ ਛਡਾ ਗਿਆ ਇਹਨਾਂ ਨੂੰ। ਅਸੀਂ ਚਾਹੇ ਜਿੰਨੇ ਮਰਜ਼ੀ ਧਰਨੇ ਲਾਈ ਜਾਂਦੇ, ਜਿੰਨੇ ਮਰਜ਼ੀ ਗੇੜੇ ਲਾਈ ਜਾਂਦੇ, ਵੀ ਕਿਹੜੇ ਛੱਡਣਾ ਤਾਂ ਕਿਸੇ ਨੇ। ਅੱਜ ਉਹ ਟਾਈਮ ਇਹੋ ਜਿਹਾ ਤਾ, ਮਤਲਬ ਉਹ ਤਾਂ ਉਸ ਟਾਈਮ ਵੀ ਦੇਖ ਲਓ ਧੰਨ ਧੰਨ ਹੋਈ ਆ ਉਹਦੇ ਪਏ ਦੇ ਵੀ। ਕਹਿੰਦੇ ਧੰਨ ਆ ਸੂਰਮਿਆ ਤੂੰ, ਜਿਹੜਾ ਤੂੰ ਝੁਕਾ ਗਿਆ ਇਹਨਾਂ ਨੂੰ। ਨਹੀਂ ਕੌਣ ਝੁਕਣੇ ਵਾਲਾ, ਕੌਣ ਉਹ, ਜੇ ਤੈਨੂੰ ਜਦੇ ਦਾਗ ਦੇ ਦਿੰਦੇ ਕਿਹੜੇ ਨੇ ਪੁੱਛਣਾ ਤਾਂ। ਆਖਰੀ ਸਵਾਲ ਜੀ, ਹੁਣ ਤੁਹਾਡੀ ਜ਼ਿੰਦਗੀ ਹੈ ਉਹ ਕਿਵੇਂ ਦੀ ਚੱਲ ਰਹੀ ਹੈ? ਕੌਣ ਕੌਣ ਆ ਤੁਹਾਡੇ ਘਰੇ ਤੇ ਤੁਸੀਂ ਮਸ਼ੀਨ ਜਿਵੇਂ ਕੰਮ ਕਰ ਰਹੇ ਹੋ, ਕਿਵੇਂ ਗੁਜ਼ਾਰਾ ਕਰ ਰਹੇ ਹੋ? ਵਧੀਆ ਚੱਲਦੀ ਹੈ ਜੀ। ਅਸੀਂ ਆਪਣਾ ਕੰਮ ਕਾਰ ਕਰੀਦਾ ਹੈ ਜੀ, ਮਿਹਨਤ ਵਿੱਚ ਕਰੀਦਾ। ਬੱਚੇ ਕਰਦੇ ਆ ਆਪਣੇ, ਕਹਿੰਦੇ ਹੁੰਦੇ ਜੋਬ ਕਰਦੇ ਆ ਬੱਚੇ। ਅਸੀਂ ਪਰਿਵਾਰ ਆ ਜੋ, ਹਾਂਜੀ ਬੇਟੀ ਬੇਟਾ ਹੈ ਜੀ, ਮੈਂ ਆ ਜੀ, ਮੇਰਾ ਪਤੀ ਆ ਜੀ। ਹਾਂਜੀ ਵਧੀਆ ਚੱਲਦੀ ਹੈ ਜੀ, ਬਹੁਤ ਵਧੀਆ ਚੱਲਦੀ ਹੈ ਜੀ। ਜ਼ਿੰਦਗੀ ਦਾ ਕੋਈ ਇਹੋ ਜਿਹੀ ਕੋਈ ਨਹੀਂ ਹੈਗੀ, ਕਮੀ ਨਹੀਂ ਕੋਈ ਵੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਕਰ ਰਹੇ ਸੀਗੇ ਅਸੀਂ ਸੁਰਿੰਦਰ ਕੌਰ ਜੀ ਦੇ ਨਾਲ। ਤੁਸੀਂ ਦੇਖ ਵੀ ਸਕਦੇ ਹੋ ਅੱਜ ਵੀ ਕਿਸ ਤਰੀਕੇ ਦੇ ਨਾਲ ਉਹ ਗੁਜ਼ਾਰਾ ਕਰ ਰਹੇ ਨੇ ਆਪਣੀ ਫੈਮਿਲੀ ਦੇ ਨਾਲ। ਦਤਾਰਪੁਰ ਪਿੰਡ ਹੈ ਜਿਹੜਾ ਚਮਕੌਰ ਸਾਹਿਬ ਦੇ ਕੋਲ ਪੈਂਦਾ, ਸੋ ਉੱਥੇ ਪਿੰਡ 'ਚ ਰਹਿ ਕੇ ਆਪਣਾ ਜਿਹੜਾ ਹੈਗਾ ਸਿਲਾਈ ਮਸ਼ੀਨ ਦੇ ਜ਼ਰੀਏ ਜਿਹੜਾ ਕੰਮ ਕਰਕੇ ਗੁਜ਼ਾਰਾ ਕਰਦੇ ਨੇ। ਅਤੇ ਅੱਜ ਵੀ ਤੁਸੀਂ ਦੇਖਿਆ ਜਦੋਂ ਵੀ ਜ਼ਿਕਰ ਹੁੰਦਾ ਮਨ ਭਰ ਆਉਂਦਾ, ਕਿਉਂਕਿ ਬਹੁਤ ਮਾੜਾ ਸਮਾਂ ਜਿਹੜਾ ਦੇਖਿਆ ਇੱਕਦਮ ਜਿਸ ਤਰੀਕੇ ਦੇ ਨਾਲ ਪਰਿਵਾਰ 'ਤੇ ਤਸ਼ੱਦਦ ਢਾਈ ਗਈ ਸੀਗੀ, ਉਸ ਨੂੰ ਯਾਦ ਕਰਕੇ ਅੱਜ ਵੀ ਅੱਖਾਂ ਭਰ ਆਈਆਂ। ਅਤੇ ਨਾਲ ਇਹ ਵੀ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਦੀ ਪੀੜ੍ਹੀ, ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਸੀ ਬਹੁਤ ਸਾਰਿਆਂ ਨੂੰ ਬਲਵਿੰਦਰ ਸਿੰਘ ਜਟਾਣਾ ਕੌਣ ਸੀ, ਉਹਨਾਂ ਦਾ ਸੂਬੇ ਦੇ ਪ੍ਰਤੀ, ਕੌਮ ਦੇ ਪ੍ਰਤੀ ਕੀ ਉਹਨਾਂ ਦੇ ਯੋਗਦਾਨ ਸੀਗੇ। ਅਤੇ ਅੱਜ ਸਿੱਧੂ ਮੂਸੇਵਾਲਾ ਦਾ ਜਿਹੜਾ ਨਵਾਂ ਗੀਤ ਆਇਆ SYL, ਉਹਦੇ ਜ਼ਰੀਏ ਜਿਸ ਤਰੀਕੇ ਨਾਲ ਚਰਚਾ ਹੋ ਰਹੀ ਹੈ, ਗੂਗਲ 'ਤੇ ਸਰਚਾਂ ਵੱਜ ਰਹੀਆਂ ਨੇ, ਲੋਕ ਉਹਨਾਂ ਬਾਰੇ ਪੜ੍ਹ ਰਹੇ ਨੇ, ਅਤੇ ਇਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਜਿਹੜਾ ਭਰਾ ਹੈ ਉਹ ਦੁਬਾਰਾ ਕਿਤੇ ਨਾ ਕਿਤੇ ਜਿਉਂਦਾ ਹੋਇਆ। ਦਤਾਰਪੁਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।